ਹੈਲੋ ਸਟੂਡੈਂਟਸ, ਅੱਜ ਆਪਾਂ ਸਾਇੰਸ ਦਾ ਪਾਰਟ 2 ਡਿਸਕਸ ਕਰਾਂਗੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀਰੀਜ਼ ਹੈ। ਤੁਸੀਂ ਜੋ ਵੀ ਐਗਜ਼ਾਮ ਦੇਣਾ ਲਾਈਕ ਪੰਜਾਬ ਕਾਂਸਟੇਬਲ, ਪੰਜਾਬ ਸਬ ਇੰਸਪੈਕਟਰ, ਜੇਲ੍ਹ ਵਾਰਡਨ ਜਾਂ ਆਪਾਂ ਕਹਿੰਦੇ ਪੰਜਾਬ ਕੋਆਪਰੇਟਿਵ ਬੈਂਕਸ, PPSC, ਜਿਹੜੇ ਵੀ ਤੁਸੀਂ ਐਗਜ਼ਾਮ ਦੇਣੇ ਨੇ ਉਹਨਾਂ ਸਾਰੇ ਐਗਜ਼ਾਮਸ ਦੇ ਵਿੱਚ ਸਾਇੰਸ ਆ ਰਹੀ ਹੈ ਸਟੂਡੈਂਟਸ। ਤਾਂ ਪਲੀਜ਼ ਆਪਣਾ ਤਰੀਕੇ ਨਾਲ ਇਹਨਾਂ ਨੂੰ ਯਾਦ ਕਰੋ। ਸਿੱਧੇ ਡਾਇਰੈਕਟ MCQ ਨੇ, ਆਪਣੇ ਨੋਟਸ ਬਣਾਓ ਅਤੇ ਉਸ ਤੋਂ ਬਾਅਦ ਇਹਨੂੰ ਰਿਵੀਜ਼ਨ ਕਰਨੇ ਸਟਾਰਟ ਕਰ ਦਿਓ। ਓਕੇ ਸਟੂਡੈਂਟ, ਤਾਂ ਚਲੋ ਆਪਾਂ 26ਵਾਂ ਕੁਐਸਚਨ ਅੱਜ ਸਟਾਰਟ ਕਰਦੇ ਹਾਂ। ਕਹਿੰਦਾ ਆ ਬੋਡੀ ਲਾਇੰਗ ਐਟ ਰੈਸਟ, ਇੱਕ ਬੋਡੀ ਰੈਸਟ 'ਤੇ ਹੈ, ਸਡਨਲੀ ਬ੍ਰੇਕਸ, ਉਹ ਇੱਕੋ ਦਮ ਬ੍ਰੇਕ ਹੋ ਗਈ, ਠੀਕ ਹੈ, ਇਨਟੂ 2 ਪਾਰਟਸ, 2 ਪਾਰਟਸ 'ਚ ਬ੍ਰੇਕ ਹੋ ਗਈ ਜਿਨ੍ਹਾਂ ਦਾ ਇਕੁਅਲ ਮਾਸ ਹੈ, ਉਹਨਾਂ ਦਾ ਦੋਹਾਂ ਦਾ ਇਕੁਅਲ ਮਾਸ ਹੈ, ਵਿਚ ਸਟਾਰਟ ਮੂਵਿੰਗ, ਉਹ ਦੋਹੇ ਮੂਵ ਕਰਨ ਲੱਗ ਗਏ, ਠੀਕ ਹੈ ਨਾ। ਦੀ 2 ਪਾਰਟਸ ਵਿਲ ਮੂਵ ਇਨ, ਤਾਂ ਕਹਿਣਾ ਕੀ ਚਾਹ ਰਿਹਾ, ਇੱਕ ਬੋਡੀ ਹੈ, ਮੰਨ ਕੇ ਚਲੋ ਇਸ ਤਰੀਕੇ ਨਾਲ ਕੋਈ ਬੋਡੀ ਹੈ ਨਾ, ਉਹ ਬ੍ਰੇਕ ਕਰ ਗਈ, ਇਹਦਾ ਵੀ ਮਾਸ ਜਿੰਨਾ ਵੀ ਹੈਗਾ, ਇਹਦਾ ਇਸ ਪਾਰਟ ਦਾ ਮਾਸ ਜਿੰਨਾ ਵੀ ਹੈਗਾ, ਦੋਹੇ ਕੀ ਨੇ, ਸੇਮ ਨੇ। ਮੰਨ ਕੇ ਚਲੋ ਇਹਦਾ ਮਾਸ 20 kg ਹੈ ਤਾਂ ਇਸ ਦਾ ਮਾਸ ਵੀ 20 kg ਹੈ। ਕਹਿੰਦਾ ਇਹ ਬ੍ਰੇਕ ਕਰ ਗਏ, ਤਾਂ ਹੁਣ ਜੇ ਬ੍ਰੇਕ ਕਰਕੇ ਇੱਕੋ ਦਮ ਫੋਰਸ ਲੱਗੂਗੀ ਹੈ ਨਾ ਬ੍ਰੇਕ ਕਰਨ ਦੇ ਲਈ, ਤਾਂ ਜਦੋਂ ਲੱਗੂਗੀ ਤਾਂ ਇਹ ਦੋਹੇ ਪਾਰਟਸ ਮੂਵ ਹੋ ਕੇ ਇੱਧਰ ਨੂੰ ਚਲਾ ਜਾਊਗਾ, ਇਹ ਇੱਧਰ ਨੂੰ ਚੱਲਣ ਲੱਗ ਜਾਊਗਾ, ਹੈ ਨਾ। ਤਾਂ ਮੂਵ ਹੋਣਗੇ ਕਿਹੜੀ ਡਾਇਰੈਕਸ਼ਨ ਦੇ ਵਿੱਚ, ਓਪੋਜ਼ਿਟ ਡਾਇਰੈਕਸ਼ਨ 'ਚ ਮੂਵ ਹੋਣਗੇ, ਇਕੁਅਲ ਸਪੀਡ ਦੇ ਨਾਲ, ਇਕੁਅਲ ਸਪੀਡ ਦੇ ਨਾਲ ਅਤੇ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ। ਤਾਂ ਇਹ ਆਪਸ਼ਨ ਬਿਲਕੁਲ ਸਹੀ ਆਪਸ਼ਨ ਹੈ, ਓਪੋਜ਼ਿਟ ਸਪੀਡ ਵਿਦ ਇਕੁਅਲ ਸਪੀਡਸ ਦੇ ਨਾਲ ਮੂਵ ਹੋਣਗੇ, ਠੀਕ ਹੈ ਨਾ। ਹਾਂਜੀ, ਨੈਕਸਟ ਕੁਐਸਚਨ ਹੈਗਾ, ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ। 3 ਸਟੇਟਮੈਂਟਸ ਆਪਾਂ ਨੂੰ ਗਿਵਨ ਨੇ, ਇਹਨਾਂ ਵਿੱਚੋਂ ਇਹ ਦੇਖਣਾ ਵੀ ਕਿਹੜੀ ਸਟੇਟਮੈਂਟ ਠੀਕ ਹੈ, ਕਿਹੜੀ ਸਟੇਟਮੈਂਟ ਗਲਤ ਹੈਗੀ ਹੈ। ਪਹਿਲਾ ਕਹਿ ਰਿਹਾ ਹੌਰਸ ਪਾਵਰ ਇਜ਼ ਅ ਬਿੱਗਰ ਯੂਨਿਟ ਆਫ ਪਾਵਰ ਦੈਨ ਕਿਲੋ ਵਾਟ। ਦੇਖੋ ਕਿਲੋ ਵਾਟ ਤਾਂ ਹੁੰਦਾ ਹੈ 1000 ਵਾਟ ਦਾ, ਠੀਕ ਹੈ ਜੀ ਗੱਲ, ਅਤੇ ਹੌਰਸ ਪਾਵਰ ਜਿਹੜਾ ਹੁੰਦਾ ਹੈ ਉਹ ਆਪਣਾ 746 ਸਮਥਿੰਗ ਵਾਟ ਦਾ ਹੁੰਦਾ। ਬਾਕੀ ਥੋੜ੍ਹਾ ਚੈੱਕ ਕਰ ਲਿਓ ਗੂਗਲ 'ਤੇ, ਮੈਨੂੰ ਐਗਜ਼ੈਕਟ ਵੈਲਿਊ ਯਾਦ ਨਹੀਂ ਆ ਰਹੀ, ਠੀਕ ਹੈ ਨਾ। ਸਮਥਿੰਗ 700 ਪਲੱਸ ਦਾ ਹੀ ਹੁੰਦਾ, ਠੀਕ ਹੈ ਨਾ। ਤਾਂ ਕਹਿੰਦਾ ਹੌਰਸ ਪਾਵਰ ਵੱਡੀ ਯੂਨਿਟ ਹੈ ਕਿਲੋ ਵਾਟ ਤੋਂ। ਦੇਖੋ 746 ਵਾਟ 1000 ਵਾਟ ਤੋਂ ਵੱਡਾ ਤਾਂ ਨਹੀਂ ਹੈਗਾ ਨਾ, ਛੋਟਾ ਹੈ, ਤਾਂ ਇਹ ਸਟੇਟਮੈਂਟ ਤਾਂ ਗਲਤ ਹੈ। ਓਕੇ, ਤਾਂ ਪਹਿਲੀ ਸਟੇਟਮੈਂਟ ਬਿਲਕੁਲ ਗਲਤ ਹੈ ਸਟੂਡੈਂਟ। ਜੇ ਪਹਿਲੀ ਸਟੇਟਮੈਂਟ ਗਲਤ ਹੈ ਤਾਂ ਦੋਹੇ ਆਪਸ਼ਨ ਇੱਕ ਇੱਕ ਵਾਲੇ, ਕਿਉਂਕਿ ਜਿਹਦੇ 'ਚ ਇੱਕ ਇੱਕ ਪਿਆ ਦੋਹੇ ਆਪਸ਼ਨ ਕੀ ਹੋ ਜਾਣਗੇ, ਗਲਤ ਹੋ ਜਾਣਗੇ, ਕਿਉਂਕਿ ਪਹਿਲੀ ਸਟੇਟਮੈਂਟ ਹੈ ਹੀ ਗਲਤ ਹੈ। ਸੈਕਿੰਡ ਕਹਿ ਰਿਹਾ 1000 ਕਰੋੜ ਇਜ਼ ਇਕੁਅਲ ਟੂ 10 ਦੀ ਪਾਵਰ 10। ਦੇਖੋ 1000 ਦਾ ਮਤਲਬ ਤਾਂ 1000 ਹੁੰਦਾ ਇਸ ਤਰੀਕੇ ਨਾਲ, ਠੀਕ ਹੈ ਜੀ ਗੱਲ, ਅਤੇ ਕਰੋੜ ਦਾ ਮਤਲਬ ਕੀ ਹੁੰਦਾ ਹੈ, 10 ਦੀ ਪਾਵਰ 7 ਹੁੰਦਾ। 1 ਕਰੋੜ 'ਚ 7 ਜ਼ੀਰੋਆਂ ਹੁੰਦੀਆਂ ਨੇ, ਬਿਲਕੁਲ ਓਕੇ ਹੈ ਜੀ ਗੱਲ। ਤਾਂ ਇਹ 3 ਜ਼ੀਰੋ ਪਈਆਂ ਨੇ, 7 ਜ਼ੀਰੋ ਇਹ ਪਈਆਂ ਨੇ, ਤੇਰਾ ਟੋਟਲ 10 ਦੀ ਪਾਵਰ 10 ਬਣ ਜੂਗਾ। ਇਹ ਬਿਲਕੁਲ ਸਹੀ ਸਟੇਟਮੈਂਟ ਹੈ, ਤਾਂ ਸੈਕਿੰਡ ਬਿਲਕੁਲ ਸਹੀ ਹੈ। ਓਕੇ ਸਟੂਡੈਂਟ, ਹਾਂਜੀ ਬਿਲਕੁਲ ਓਕੇ ਹੈ ਜੀ ਗੱਲ। ਅਤੇ ਜੇ ਆਪਾਂ ਥਰਡ ਸਟੇਟਮੈਂਟ ਦੀ ਗੱਲ ਕਰੀਏ, ਠੀਕ ਹੈ ਜੀ ਗੱਲ, ਕਹਿੰਦਾ 1 ਏਕੜ ਇਜ਼ ਸਲਾਈਟਲੀ ਗ੍ਰੇਟਰ ਦੈਨ 5000 ਸਕੁਅਰ ਮੀਟਰਸ। ਤਾਂ ਜਿਹੜਾ 1 ਏਕੜ ਹੁੰਦਾ ਹੈ ਉਹ 5000 ਸਕੁਅਰ ਮੀਟਰ ਕਹਿੰਦਾ ਏਰੀਏ ਤੋਂ ਬੜਾ ਏਰੀਆ ਹੁੰਦਾ ਹੈ। ਇਹ ਬਿਲਕੁਲ ਗਲਤ ਹੈ ਡੀਅਰ, ਬਿਲਕੁਲ ਓਕੇ ਹੈ ਜੀ ਗੱਲ, ਇਹ ਗਲਤ ਹੈ ਸਟੂਡੈਂਟਸ। ਤਾਂ ਇਸ ਕਰਕੇ ਸਿਰਫ B ਆਪਸ਼ਨ ਠੀਕ ਹੈ, ਮਤਲਬ ਦੂਜੀ ਸਟੇਟਮੈਂਟ ਬਿਲਕੁਲ ਠੀਕ ਹੈ। ਤਾਂ B ਆਪਸ਼ਨ ਇਹ ਬਿਲਕੁਲ ਸਹੀ ਆਪਸ਼ਨ ਹੈਗਾ, ਠੀਕ ਹੈ ਨਾ। ਨੈਕਸਟ ਹੈਗਾ, ਕਹਿੰਦਾ ਮੈਚ ਦੀ ਫੋਲੋਇੰਗ। ਕਹਿੰਦਾ ਮੂਵਮੈਂਟ ਆਫ ਵਾਟਰ, ਪਹਿਲਾਂ ਕਹਿ ਰਿਹਾ ਮੂਵਮੈਂਟ ਆਫ ਵਾਟਰ ਐਂਡ ਮਿਨਰਲਸ ਫਰੋਮ ਅਰਥ ਟੂ ਲੀਵਸ। ਤਾਂ ਤੁਹਾਨੂੰ ਪਤਾ, ਦੇਖੋ ਆਪਾਂ ਨੂੰ ਪਤਾ ਮਿੱਟੀ ਦੇ ਵਿੱਚ ਸਾਰੇ ਖਣਿਜ ਪਦਾਰਥ ਪਏ ਨੇ, ਉੱਥੋਂ ਦੀ ਮੂਵ ਹੋ ਕੇ ਪਾਣੀ, ਉੱਥੋਂ ਦੀ ਮੂਵ ਹੋ ਕੇ ਹੈ ਨਾ ਪੱਤਿਆਂ ਤੱਕ ਪਹੁੰਚਦਾ ਹੈ ਨਾ। ਉਹ ਕਿਹੜਾ ਫਿਨੋਮੀਨਾ ਹੈ, ਲਿਫਟ ਆਫ ਐਨ ਐਰੋਪਲੇਨ ਡਿਊਰਿੰਗ ਇਟਸ ਫਲਾਈਟ। ਤਾਂ ਜਦੋਂ ਮਤਲਬ ਐਰੋਪਲੇਨ ਫਲਾਈਟ ਕਰਦਾ ਤਾਂ ਉਹ ਇੱਕੋ ਦਮ ਉੱਠਿਆ ਹੋਇਆ ਰਹਿੰਦਾ ਹੈ ਨਾ, ਤਾਂ ਉਹ ਫੀਲਿੰਗ। ਫੋਰਮੇਸ਼ਨ ਆਫ ਆ ਸਟਾਰ ਇਨ ਦੀ ਯੂਨੀਵਰਸ, ਇੱਕ ਸਟਾਰ ਦਾ ਬਣਨਾ ਇਸ ਬ੍ਰਹਿਮੰਡ ਦੇ ਵਿੱਚ। ਕਲੀਨਿੰਗ ਐਕਸ਼ਨ ਆਫ ਆ ਸੋਪ। ਤਾਂ ਇਹ ਅਲੱਗ-ਅਲੱਗ ਐਕਸ਼ਨ ਨੇ ਸਟੂਡੈਂਟਸ। ਕਹਿੰਦਾ ਇਸ ਦਾ ਸਹੀ ਆਨਸਰ ਕੀ ਬਣਦਾ ਹੈਗਾ। ਦੇਖੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਆਪਣੀ ਧਰਤੀ ਦੇ ਵਿੱਚੋਂ ਖਣਿਜ ਪਦਾਰਥ ਪੱਤਿਆਂ ਤੱਕ ਪਹੁੰਚਦੇ ਨੇ, ਇਹ ਇੱਕ ਕੈਪਲਰੀ ਐਕਸ਼ਨ ਹੈ। ਤਾਂ ਕੈਪਲਰੀ ਐਕਸ਼ਨ ਹੈ, ਤਾਂ ਪਹਿਲੇ ਦਾ 2 ਆਪਸ਼ਨ ਬਿਲਕੁਲ ਠੀਕ ਹੈ, ਠੀਕ ਹੈ ਨਾ। ਲਿਫਟ ਆਫ ਐਨ ਐਰੋਪਲੇਨ ਡਿਊਰਿੰਗ ਇਟਸ ਫਲਾਈਟ, ਇਹ ਐਕਸ਼ਨ ਹੈਗਾ ਬਰਨੌਲੀਜ਼ ਪ੍ਰਿੰਸੀਪਲ ਦਾ।
कोई बर्नौलीज प्रिंसीपल चलदा अपना फिजिक्स दे विच, ये +1 +2 का टॉपिक्स होंगे ने, ठीक है ना। तो ये अपना सैकेंड का ऑप्शन बन जाएगा पहला, ठीक है जी गल। तो फॉर्मेशन ऑफ अ स्टार इन दी यूनीवर्स, जो स्टार बनता है ब्रह्मंड के विच, ये बनता है अपना ड्यू टू ग्रैविटेशनल फोर्स करके। तो सी का ऑप्शन बन गया चौथा, ठीक है जी गल। तो क्लीनिंग एक्शन ऑफ अ सोप, ये बेसिकली सरफेस टेंशन करके होंगे, ये बन जूगा तीजा ऑप्शन। तो याद रखियो जिहड़ा पत्तियां तक पहुँचता पानी अपना कैपिलरी एक्शन करके, लिफ्ट ऑफ एन एरोप्लेन ड्यूरिंग इट्स फ्लाइट, ये बर्नौलीज प्रिंसीपल करके होंगे, फॉर्मेशन ऑफ अ स्टार, ठीक है जी गल, ड्यूरिंग इट्स फ्लाइट ये ग्रैविटेशनल अपना बर्नौलीज प्रिंसीपल, फॉर्मेशन ऑफ अ स्टार ये ग्रैविटेशनल फोर्स करके होंगे, तो क्लीनिंग एक्शन ऑफ अ सॉप सरफेस टेंशन करके होंगे, ठीक है ना। तो इस दे नाल थोड़ा ए ऑप्शन बिल्कुल करैक्ट आंसर बन जाएगा, ठीक है ना। थोनों अलग अलग ये क्वेश्चन मैथ की फॉलोइंग है, थोनों अलग अलग भी आ सकता है, ठीक है ना। भी इस करके याद करो भी जिहड़ा एरोप्लेन्स फ्लाई वाला हैगा ਉਹ अपना बेसिकली बर्नौलीज प्रिंसीपल यूज़ करता है। सॉप का जो क्लीनिंग एक्शन है वो सरफेस टेंशन करके होंगे, ठीक है ना। स्टार बनता हैगा किवें बनता है, सर्व अपना ग्रैविटेशनल फोर्स करके बनता है, इस तरीके नाल तुसीं याद कर सकते हो, ठीक है ना स्टूडेंट। हाँ जी नैक्सट हैगा कहंदा बेरियम इन अ सूटेबल फॉर्म इज़ एडमिनिस्ट्रेटेड टू पेशेंट बिफोर एन एक्सरे एग्जामिनेशन ऑफ द स्टमक बिकॉज, कहते ना बेटा जदों एक पेशेंट की आप स्टमक नूं एक्सरे कराने है ना, स्टमक का एक्सरे हुंदा है एक पेशेंट का, तो कहते उहदे उत्ते स्टमक के उत्ते आप एक बेरीयम का घोल जा लगा दिंदे आ, स्टमक के उत्ते एक बेरीयम का घोल लगाने आ, कहते इसका मुख्य कारण की हैगा भी क्यों आप बेरीयम के उत्ते घोल लगाने अपना स्टमक के उत्ते बेरीयम का घोल आप लगा रहे हैं, है ना। कोई कारण ही होगा ना, तुसी ने जे किसी ने एक्सरे वगैरह या अल्ट्रासाउंड वगैरह कराया होवे तो ना उपर ना एक है ना क्रीम जी स्टमक के उत्ते अपना मतलब अपने स्टमक के उत्ते ना पॉलिश है ना मालिश कर देंगे ने, ठीक है ना। उस तो बाद एक्सरे या अल्ट्रासाउंड कर देंगे, मेन कारण कहते की हैगा बेसिकली कहना की है, कहना बेरीयम इज़ अ गुड एब्जॉर्बर ऑफ एक्सरे, बेरीयम का एक गुड एब्जॉर्बर है एक्सरे का, एंड दिस हैल्प्स द स्टमक टू अपीयर क्लीयरली इन कॉन्ट्रास्ट विद अदर रीजनस इन दी पिक्चर। ये नाल की होगा जे जिस रीजन ते मतलब अपना बेरीयम लग्या होगा तो वो रीजन के नीचे जी स्टमक है ना वो बिल्कुल क्लीयरली दिखती है, इस करके आप बेरीयम का इस्तेमाल करते हैं, मतलब बेरीयम है जोड़ा वो काफ़ी अच्छा एब्जॉर्बर है एक्सरेज का, ठीक है ना। तो सी ऑप्शन इसका बिल्कुल करैक्ट आंसर हैगा, ठीक है ना। तो तुसीं कल्ला कल्ला ऑप्शन देख सकते हो जिमें भी हैगा, ठीक है ना। हाँ जी नैक्सट हैगा कंसीडर दी फॉलोइंग स्टेटमेंट रिगार्डिंग आ मोटर कार बैटरी। तो जिहड़ी अपने कारां दे विच बैटरीज हुंदियां ने मोटर कारां दे विच वो बैटरी बारे कुछ पॉइंट्स दिते हुए ने, कहंदा इन्हां दे विचों किहड़ा पॉइंट सही है, ठीक है ना, वो आपां ने पहचानने ने। कहंदा दी वोल्टेज इज यूजली 12 वोल्ट, तो जिहड़ी आपां मतलब कहंदा कार दे विच आपां बैटरी यूज़ करते हैं वो 12 वोल्ट की होंदी है, ठीक है ना। तो ये बिल्कुल सही स्टेटमेंट है, जिहड़े कारां विच बैटरी होंदे ने वो 12 वोल्ट के होंदे ने, ठीक है ना। इलैक्ट्रोलाइट यूजड इज़ हाइड्रो इलैक्ट्रिक एसिड, कहना जी इलैक्ट्रोलाइट आप यूज़ करते हैं वो एक हाइड्रो इलैक्ट्रिक होंदा है एसिड, ये गलत है। इलैक्ट्रोड्स आर दी लैड एंड कॉपर, ये भी गलत हैगा। कैपेसिटी इज़ एक्सप्रैसड इन एम्पीयर आर, कैपेसिटी एम्पीयर आर एक्सप्रैस करता है, बिल्कुल ठीक है। इस दे नाल इसका ऑप्शन की बन जूगा डी ऑप्शन बन जूगा, 1 ते 4 इसका सही आंसर है। स्टूडेंट जे कोई गल समझ नहीं आ रही टेंशन ना लिया करो, उन्होंने एज इट इज़ याद कर दो, क्योंकि बने बनाए क्वेश्चन ने सारे प्रीवियस ईयर आते हैं अपने पंजाब के डिटो आए वाले क्वेश्चन आए हुए हैं, ठीक है ना। तुसीं इन्नी फिक्र ना करा करो, बस तुसीं इन्नी याद रखो भी 12 वोल्ट वाला होंदा है तो एक अपना की होंदा है एम्पीयर आर दे विच, जिहड़ा इलैक्ट्रोलाइट हाइड्रोक्लोरिक एसिड नहीं होंदा हैगा तो लैड ते कॉपर के इलैक्ट्रोड्स नहीं होंदे, इस करके दोहें गलत ने, 1 ते 4 बिल्कुल ठीक हैगा, ठीक है ना। नैक्सट हैगा कहना कंसीडर दी फॉलोइंग स्टेटमेंट, दी फॉग ड्यूरिंग विंटर सीजन इज़ मोर ऑन दी डे, कहते जी फॉग है धुंध है विंटर सीजन दे विच वो दिन दे विच ज़्यादा होंदी है, बिकॉज ये रीजन कि ने वैन कदों स्काई इज़ क्लीयर, स्काई इज़ क्लाउडी, विंड इज़ ब्लोइंग, कहना विच ऑफ द स्टेटमेंट गिवन इज़ और करैक्ट,
ਤਾਂ ਇਹ ਜੇ ਕੁਐਸਚਨ PPSC ਵਿੱਚ ਆਉਂਦੇ ਨੇ ਸਟੂਡੈਂਟ, ਤਾਂ ਧਿਆਨ ਰੱਖੋ ਇਹਨਾਂ ਕੁਐਸਚਨਸ ਦਾ। ਕਹਿੰਦੇ ਫੌਗ ਵਿੰਟਰ ਦੇ ਸਮੇਂ ਜ਼ਿਆਦਾ ਹੁੰਦੀ ਹੈ ਦਿਨ ਦੇ ਵਿੱਚ, ਔਨ ਦੀ ਡੇ ਵੈਨ, ਕਦੋਂ ਹੁੰਦੀ ਹੈਗੀ ਹੈ, ਇਸ ਦਾ ਮੇਨ ਕਾਰਨ ਕੀ ਹੈਗਾ। ਆਪਣਾ ਪਹਿਲਾਂ ਕਹਿੰਦਾ ਸਕਾਈਜ਼ ਕਲੀਅਰ। ਦੇਖੋ ਜਿੰਨੀ ਸਕਾਈ ਕਲੀਅਰ ਹੋਊਗੀ ਓਨੀ ਜ਼ਿਆਦਾ ਫੌਗ ਹੋਊਗੀ। ਸਕਾਈਜ਼ ਕਲਾਉਡੀ ਆਪਸ਼ਨ ਠੀਕ ਨਹੀਂ ਹੈਗਾ। ਵਿੰਡ ਇਜ਼ ਬਲੋਇੰਗ, ਜਿੰਨੀ ਹਵਾ ਚੱਲਦੀ ਹੈ ਨਾ ਉਦੋਂ ਫੌਗ ਨਹੀਂ ਹੁੰਦੀ। ਤੁਸੀਂ ਆਮ ਦਿਨਾਂ 'ਚ ਦੇਖਿਆ ਹੋਊਗਾ ਜਦੋਂ ਹਵਾ ਜ਼ਿਆਦਾ ਚੱਲਦੀ ਹੈ ਉਦੋਂ ਉਦੋਂ ਫੌਗ ਨਹੀਂ ਹੁੰਦੀ। ਤਾਂ ਸਕਾਈ ਜਦੋਂ ਬਿਲਕੁਲ ਕਲੀਅਰ ਹੁੰਦੀ ਹੈ ਉਦੋਂ ਹੀ ਫੌਗ ਹੁੰਦੀ ਹੈ। ਤਾਂ ਇਸ ਦਾ ਬਿਲਕੁਲ ਸਹੀ ਆਨਸਰ ਹੈ A, 1 ਓਨਲੀ। ਤਾਂ ਇਸਦਾ ਇੱਕ ਫੈਕਟ ਹੀ ਬਿਲਕੁਲ ਸਹੀ ਹੈ, A ਆਪਸ਼ਨ ਬਿਲਕੁਲ ਠੀਕ ਆਨਸਰ ਹੈ। ਤਾਂ ਨੈਕਸਟ ਕੁਐਸਚਨ ਹੈਗਾ ਆਪਣਾ, ਹਾਂਜੀ, ਫਿਨੋਮੀਨਾ of formation of 3-dimensional image by interference of two light became from laser or the other coherent source of light is called। ਤਾਂ ਜਿਹੜੇ ਅੱਜ ਕੱਲ੍ਹ ਆਪਾਂ ਕਹਿੰਦੇ 3D ਇਮੇਜਿਸ ਬਣਦੀਆਂ ਨੇ ਹੈ ਨਾ, 3 ਡਿਮੈਂਸ਼ਨਲ ਇਮੇਜਿਸ, ਉਹਨਾਂ ਉਸ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹੈਗੇ ਆ। ਤਾਂ ਉਸ ਪ੍ਰੋਸੈਸ ਨੂੰ ਬੇਸਿਕਲੀ ਆਪਾਂ ਕੀ ਨਾਮ ਦਿੱਤਾ ਹੋਇਆ ਹੈਗਾ ਆਪਣਾ, ਹੋਲੋਗ੍ਰਾਫੀ। ਤਾਂ ਬੁੱਕਸ ਦੇ ਬਾਹਰ ਨਾ ਇੱਕ ਇਸ ਤਰੀਕੇ ਨਾਲ ਚਮਕੀਲਾ ਜਾਂ ਨਾ ਸਿਲਵਰ ਕਲਰ ਦਾ ਉਹ ਲੱਗਿਆ ਹੁੰਦਾ, ਤਾਂ ਉਹ 3D ਹੁੰਦਾ, ਜਿਹੜਾ ਕਲਰਫੁਲ ਜਿਹਾ ਹੁੰਦਾ ਹੈ ਨਾ, ਤਾਂ ਉਹ ਹੋਲੋਗ੍ਰਾਫ ਆਪਾਂ ਬੋਲਦੇ ਹਾਂ। ਤਾਂ ਹੋਲੋਗ੍ਰਾਫੀ ਇੱਕ ਪ੍ਰੋਸੈਸ ਹੈ ਜਿਹਦੇ ਨਾਲ 3D ਆਪਾਂ ਇਹ ਇਮੇਜਿਸ ਬਣਾ ਪਾਉਂਦੇ ਹੁੰਦੇ ਹਾਂ। ਓਕੇ ਸਟੂਡੈਂਟ, ਦਾ 32 ਦਾ D ਆਪਸ਼ਨ ਬਿਲਕੁਲ ਕਰੈਕਟ ਆਨਸਰ ਹੈਗਾ। ਨੈਕਸਟ ਹੈਗਾ ਸਟੂਡੈਂਟ ਆਪਣਾ, ਕਹਿੰਦਾ ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ। ਤਾਂ ਪਹਿਲਾਂ ਕਹਿ ਰਿਹਾ ਐਟਮ ਬੋਂਬ ਇਜ਼ ਬੇਸਡ upon the principle of uncontrolled nuclear fusion, hydrogen bomb is based upon the principle of uncontrolled nuclear fission, nuclear reactor is based upon the principle of controlled nuclear fission। ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਕਹਿੰਦਾ ਕਿਹੜੀ ਸਟੇਟਮੈਂਟ ਬਿਲਕੁਲ ਕਰੈਕਟ ਸਟੇਟਮੈਂਟ ਹੈਗੀ ਹੈ। ਦੇਖੋ ਸਟੂਡੈਂਟ, ਜਿਹੜਾ ਆਪਣਾ ਐਟਮ ਬੋਂਬ ਹੁੰਦਾ ਇਹ ਅਨਕੰਟਰੋਲਡ ਹੈ, ਬਿਲਕੁਲ ਠੀਕ ਹੈ, ਅਨਕੰਟਰੋਲਡ। ਬਟ ਇਹਦੇ ਵਿੱਚ ਜਿਹੜੀ ਪ੍ਰੋਸੈਸ ਲੱਗਦੀ ਹੈ ਨਿਊਕਲੀਅਰ ਫਿਜ਼ਨ ਲੱਗਦੀ ਹੈ, ਮਤਲਬ ਵਿਖੰਡਨ, ਨਿਊਕਲੀਅਰ ਫਿਜ਼ਨ ਵਿਖੰਡਨ ਪ੍ਰੋਸੈਸ ਲੱਗਦਾ ਹੈ ਐਟਮ ਬੋਂਬ ਦੇ ਵਿੱਚ। ਠੀਕ ਹੈ ਜੀ ਗੱਲ, ਦੈਟਸ ਵਾਈ ਆਹ ਵਾਲੀ ਸਟੇਟਮੈਂਟ ਹੋ ਗਈ ਗਲਤ। ਤਾਂ ਅਨਕੰਟਰੋਲ ਆਪਣਾ ਨਿਊਕਲੀਅਰ ਫਿਜ਼ਨ ਪ੍ਰੋਸੈਸ ਲੱਗਦੀ ਹੈ ਐਟਮ ਬੋਂਬ 'ਤੇ। ਠੀਕ ਹੈ ਜੀ ਗੱਲ। ਅਤੇ ਹਾਈਡਰੋਜਨ ਬੋਂਬ ਹੈ ਜਿਹੜਾ ਇਹ ਵੀ ਅਨਕੰਟਰੋਲਡ ਹੈ, ਕੋਈ ਕੰਟਰੋਲ ਨਹੀਂ ਹੁੰਦਾ। ਇਹ 'ਤੇ ਪ੍ਰੋਸੈਸ ਲੱਗਦੇ ਆ ਨਿਊਕਲੀਅਰ ਫਿਊਜ਼ਨ, ਉਰੇ ਫਿਜ਼ਨ ਲਿਖਿਆ ਪਿਆ, ਦੈਟਸ ਵਾਈ ਇਹ ਕੀ ਹੋ ਗਿਆ, ਗਲਤ ਹੋ ਗਿਆ। ਤਾਂ ਹਾਈਡਰੋਜਨ ਦੇ ਵਿੱਚ ਨਿਊਕਲੀਅਰ ਫਿਊਜ਼ਨ ਪ੍ਰੋਸੈਸ ਲੱਗਦੀ ਹੈ ਅਤੇ ਆਪਣਾ ਐਟਮ ਬੋਂਬ 'ਚ ਫਿਜ਼ਨ ਪ੍ਰੋਸੈਸ ਲੱਗਦੀ ਹੈ। ਤਾਂ ਇਸ ਕਰਕੇ ਇਹ ਆਪਣਾ ਕੀ ਹੋ ਗਿਆ, ਇਹ ਵੀ ਸਟੇਟਮੈਂਟ ਗਲਤ ਹੋ ਗਈ, ਦੋਹੇ ਗਲਤ ਹੋ ਗਈਆਂ। ਤਾਂ ਬਸ ਨਿਊਕਲੀਅਰ ਰਿਐਕਟਰ ਹੈਗਾ ਇੱਕ, ਉਹ ਬਿਲਕੁਲ ਪ੍ਰਿੰਸੀਪਲ ਆਫ ਕੰਟਰੋਲਡ ਨਿਊਕਲੀਅਰ ਫਿਜ਼ਨ, ਕੰਟਰੋਲ ਸਿਸਟਮ 'ਤੇ ਚੱਲਦਾ, ਅਤੇ ਨਿਊਕਲੀਅਰ ਫਿਜ਼ਨ ਸਿਸਟਮ 'ਤੇ ਚੱਲਦਾ ਹੁੰਦਾ। ਵਿਖੰਡਨ, ਨਿਊਕਲੀਅਰ ਵਿਖੰਡਨ ਵੀ ਜਦੋਂ ਇੱਕ ਵੱਡਾ ਐਟਮ ਟੁੱਟ ਕੇ ਦੋ ਛੋਟੇ ਐਟਮਾਂ ਵਿੱਚ ਚੇਂਜ ਹੁੰਦਾ ਹੈ ਤਾਂ ਐਨਰਜੀ ਪ੍ਰੋਡਿਊਸ ਹੁੰਦੀ ਹੈ, ਦੈਟ ਇਜ਼ ਕਾਲਡ ਨਿਊਕਲੀਅਰ ਫਿਜ਼ਨ। ਤਾਂ ਇਹ ਆਪਸ਼ਨ 3 ਓਨਲੀ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਹਾਂਜੀ ਬਿਲਕੁਲ ਓਕੇ ਸਟੂਡੈਂਟ। ਤਾਂ ਹੋਪ ਕਰਦਾ ਤੁਹਾਨੂੰ ਸਭ ਨੂੰ ਬਿਲਕੁਲ ਸਹੀ, ਇਹ ਥੋੜ੍ਹੇ ਨਾ ਟਿਪੀਕਲ ਕੁਐਸਚਨ ਨੇ, ਬਸ ਅੱਗੇ ਨਾ ਆਫਟਰ 50 ਤੋਂ ਬਾਅਦ ਬਿਲਕੁਲ ਆਸਾਨ ਕੁਐਸਚਨ ਨੇ। ਇਹ ਪਹਿਲੇ ਕੁਐਸਚਨ ਮਾਰੇ ਟਿਪੀਕਲ ਨੇ, ਥੋੜ੍ਹਾ ਇਹਨਾਂ ਦੀ ਰਿਵੀਜ਼ਨ ਚੱਜ ਨਾਲ ਕਰ ਲਿਓ। ਠੀਕ ਹੈ ਸਟੂਡੈਂਟਸ। ਨੈਕਸਟ ਹੈਗਾ ਆਪਣਾ, ਵਿਚ ਆਫ ਦੀ ਫੋਲੋਇੰਗ ਵੇਵਜ਼ ਕੈਨ ਪ੍ਰੋਪੋਗੇਟ ਇਨ ਆ ਵੈਕਿਊਮ। ਤਾਂ ਵੈਕਿਊਮ ਮਤਲਬ ਜਿੱਥੇ ਕੋਈ ਵੀ ਹਵਾ ਨਹੀਂ ਹੁੰਦੀ, ਤਾਂ ਉੱਥੇ ਕਿਹੜੀਆਂ ਵੇਵਜ਼ ਜਾ ਸਕਦੀਆਂ ਨੇ। ਆਪਸ਼ਨ ਦਿੱਤੇ ਹੋਏ ਨੇ ਰੇਡੀਓ ਵੇਵਜ਼, ਲਾਈਟ ਵੇਵਜ਼, ਐਕਸਰੇਜ਼ ਅਤੇ ਅਲਟਰਾਸਾਊਨਿਕ। ਦੇਖੋ ਨਾ, ਰੇਡੀਓ ਵੇਵਜ਼, ਲਾਈਟ ਵੇਵਜ਼ ਅਤੇ ਐਕਸਰੇਜ਼ ਇਹ ਸਾਰੀਆਂ EM ਵੇਵਜ਼ ਨੇ, ਮਤਲਬ ਇਲੈਕਟ੍ਰੋਨਿਕ ਮੈਗਨੈਟਿਕ ਵੇਵਜ਼ ਹੁੰਦੀਆਂ ਨੇ। ਇਹ ਆਸਾਨੀ ਦੇ ਨਾਲ, ਠੀਕ ਹੈ ਜੀ ਗੱਲ, ਇਹ ਆਸਾਨੀ ਦੇ ਨਾਲ ਵੈਕਿਊਮ ਦੇ ਵਿੱਚ ਟਰੈਵਲ ਕਰ ਜਾਂਦੀਆਂ ਨੇ। ਬਟ ਜਿਹੜੀ ਇਹ ਅਲਟਰਾਸੋਨਿਕ ਵੇਵਜ਼ ਹੁੰਦੀਆਂ ਨੇ ਇਹ ਟਰਾਂਸਫਰ ਨਹੀਂ ਹੁੰਦੀਆਂ ਹੈਗੀਆਂ। ਠੀਕ ਹੈ ਜੀ ਗੱਲ। ਇਹ ਕਿਉਂਕਿ ਇਹਨਾਂ ਨੂੰ ਟਰਾਂਸਫਰ ਹੋਣ ਦੇ ਲਈ ਹਵਾ ਦੀ ਲੋੜ ਪੈਂਦੀ ਆ, ਬਟ ਵੈਕਿਊਮ ਦੇ ਵਿੱਚ ਕੋਈ ਵੀ ਹਵਾ ਨਹੀਂ ਹੁੰਦੀ। ਤਾਂ ਦੈਟਸ ਵਾਈ ਸਟੂਡੈਂਟਸ ਆਪਣਾ ਆਪਣਾ ਜਿਹੜਾ ਹੈਗਾ ਅਲਟਰਾਸੋਨਿਕ ਜਿਹੜਾ ਚੌਥਾ ਫੀਲਿੰਗ ਹੈ ਇਹ ਗਲਤ ਹੈ ਇਕੱਲੀ, ਬਾਕੀ ਸਾਰੇ ਠੀਕ ਨੇ। ਤਾਂ 1, 2 ਅਤੇ 3 ਦੇ ਉੱਤੇ ਤੁਸੀਂ ਟਿਕ ਲਾ ਦੋਗੇ ਤਾਂ 34ਵੇਂ ਦਾ ਇਹ ਆਪਸ਼ਨ A ਬਣ ਜਾਂਦਾ ਹੈ, 1, 2 ਅਤੇ 3। ਅਲਟਰਾਸੋਨਿਕ ਆਪਾਂ ਪਹਿਲਾਂ ਵੀ ਕੀਤਾ ਸੀਗਾ ਨਾ, ਅਲਟਰਾਸੋਨਿਕ ਜਿਹਦੀ ਫ੍ਰੀਕੁਐਂਸੀ 20,000 ਹਰਟਜ਼ ਤੋਂ ਜ਼ਿਆਦਾ ਹੋਵੇ ਹੈ ਨਾ, ਤਾਂ ਹੈਗੀ ਤਾਂ ਸਾਊਂਡ ਵੇਵਜ਼ ਨੇ ਨਾ। ਤਾਂ ਜੇਕਰ ਤੁਹਾਨੂੰ ਸੁਣਿਆ ਹੋਵੇ ਸਾਊਂਡ ਵੇਵਜ਼ ਨੂੰ
ਪ੍ਰੋਪੋਗੇਟ ਕਰਨ ਦੇ ਲਈ, ਟਰਾਂਸਫਰ ਕਰਨ ਦੇ ਲਈ ਹਵਾ ਦੀ ਲੋੜ ਹੁੰਦੀ ਹੈ। ਬਟ ਵੈਕਿਊਮ ਬਿਲਕੁਲ ਖਾਲੀ ਜਗ੍ਹਾ ਹੁੰਦੀ ਹੈ, ਉਹਦੇ 'ਚ ਕੋਈ ਹਵਾ ਨਹੀਂ ਹੁੰਦੀ, ਇਸ ਲਈ ਸਾਊਂਡ ਵੇਵ ਮਤਲਬ ਆਪਣੀ ਚੱਲ ਨਹੀਂ ਸਕਦੀ ਹੁੰਦੀ ਹੈਗੀ ਵੈਕਿਊਮ ਦੇ ਵਿੱਚ। ਬਾਕੀ ਸਾਰੀਆਂ ਵੇਵਜ਼ ਪ੍ਰੋਪੋਗੇਟ ਮਤਲਬ ਚੱਲ ਸਕਣਗੀਆਂ, ਐਕਸਰੇਜ਼, ਲਾਈਟ ਵੇਵਜ਼ ਅਤੇ ਰੇਡੀਓ ਵੇਵਜ਼। ਓਕੇ, ਨੈਕਸਟ ਹੈਗਾ ਵਿਚ ਆਫ ਦੀ ਫੋਲੋਇੰਗ is the correct sequence of the regions of sun as one moves from its core to surface। ਮਤਲਬ ਜਦੋਂ ਕੋਰ ਤੋਂ ਚੱਲਾਂਗੇ ਆਪਾਂ ਸਰਫੇਸ ਵੱਲ ਨੂੰ ਤਾਂ ਕਿਹੜੇ ਕਿਹੜੇ ਰੀਜਨ ਆਉਣਗੇ। ਦੇਖੋ ਬਿਲਕੁਲ ਇਨਸਾਈਡ, ਇਹ ਬਿਲਕੁਲ ਇਨਸਾਈਡ ਕਨਵੈਕਸ਼ਨ ਜ਼ੋਨ ਹੁੰਦਾ। ਕੀ ਹੁੰਦਾ ਡੀਅਰ ਸਟੂਡੈਂਟ? ਕਨਵੈਕਸ਼ਨ ਜ਼ੋਨ ਹੁੰਦਾ ਹੈ, ਠੀਕ ਹੈ ਜੀ ਗੱਲ। ਉਸ ਤੋਂ ਬਾਅਦ ਜਿਹੜੀ ਆਪਾਂ ਨੂੰ ਲੇਅਰ ਧਰਤੀ ਤੋਂ ਦਿਖਦੀ ਹੈ ਉਹ ਹੈਗੀ ਆ ਫੋਟੋਸਫੀਅਰ, ਠੀਕ ਹੈ ਜੀ ਗੱਲ। ਫਿਰ ਉਸ ਤੋਂ ਬਾਅਦ ਜਿਹੜੀ ਤੀਜੀ ਆਹ ਵਾਲੀ ਲੇਅਰ ਹੈਗੀ ਹੈ ਉਹ ਹੈਗੀ ਆਪਣੀ ਕ੍ਰੋਮੋਸਫੀਅਰ, ਠੀਕ ਹੈ ਨਾ। ਅਤੇ ਸਭ ਤੋਂ ਆਊਟਰ ਮੋਸਟ ਜਿਹੜੀ ਲੇਅਰ ਹੈਗੀ ਆ ਸਟੂਡੈਂਟ ਉਹ ਹੈਗੀ ਆ ਕਰੋਨਾ, ਠੀਕ ਹੈ ਜੀ ਗੱਲ। ਤਾਂ ਇਹਨਾਂ ਸੀਕੁਐਂਸ ਕੀ ਬਣ ਜੂਗਾ? ਸਭ ਤੋਂ ਪਹਿਲਾਂ ਹੈਗਾ ਕਨਵੈਕਸ਼ਨ ਜ਼ੋਨ 3, ਫਿਰ ਆ ਜੂਗੀ ਆਪਣੇ ਕੋਲ ਫੋਟੋਸਫੀਅਰ 1, ਫਿਰ ਆ ਜਾਏਗਾ ਆਪਣੇ ਲਵੇ ਕ੍ਰੋਮੋਸਫੀਅਰ ਹੈਗਾ 2 ਨੰਬਰ 'ਤੇ, ਅਤੇ ਫਿਰ ਹੈਗਾ ਕਰੋਨਾ, ਆਪਣਾ ਕਰੋਨਾ ਹੈਗਾ ਚੌਥੇ ਨੰਬਰ 'ਤੇ। 3 1 2 4 ਇਸ ਦਾ ਬਿਲਕੁਲ ਕਰੈਕਟ ਆਂਸਰ ਹੈ। ਤਾਂ 35ਵੇਂ ਦਾ ਵੀ ਇਹ ਆਪਸ਼ਨ ਬਿਲਕੁਲ ਕਰੈਕਟ ਆਂਸਰ ਹੈਗਾ, ਠੀਕ ਹੈ ਨਾ। ਤਾਂ ਧਿਆਨ ਰੱਖਿਓ, ਮੈਂ ਤੁਹਾਨੂੰ ਜਿਹੜਾ ਸੀਕੁਐਂਸ ਹੈ ਤੁਸੀਂ ਡਰੋ ਵੀ ਕਰ ਸਕਦੇ ਹੋ ਆਪਣੀ ਕਾਪੀ ਦੇ ਉੱਤੇ, ਠੀਕ ਹੈ ਨਾ, ਵੀ ਤਾਂ ਜੋ ਤੁਹਾਨੂੰ ਯਾਦ ਰਹਿ ਜਾਵੇ। ਓਕੇ ਸਟੂਡੈਂਟ, ਤਾਂ ਨੈਕਸਟ ਕੁਐਸਚਨ ਹੈਗਾ ਆਪਣਾ, ਹਾਂਜੀ, ਪੇਪਰ ਬਿਕਮਸ ਬ੍ਰਿਟਲ ਐਂਡ ਯੈਲੋ ਵਿਦ ਏਜ, ਵਾਈ। ਦੇਖੋ ਸਟੂਡੈਂਟ, ਜਿਹੜਾ ਪੇਪਰ ਕਾਗਜ਼ ਹੁੰਦਾ ਹੈ ਨਾ, ਸਮੇਂ ਦੇ ਨਾਲ ਤੁਸੀਂ ਦੇਖੋ ਆਪਣੀ ਕਾਗਜ਼ ਨੂੰ ਇੱਕ ਛੱਤ 'ਤੇ ਰੱਖ ਦਿਓ, ਤੁਸੀਂ ਦੇਖੋਗੇ ਨਾ ਸਾਲ 2 ਸਾਲ ਬਾਅਦ ਉਹ ਪੇਪਰ ਯੈਲੋ ਜਿਹਾ ਹੋ ਜਾਂਦਾ ਹੁੰਦਾ ਅਤੇ ਨਾ ਬ੍ਰਿਟਲ ਮਤਲਬ ਕੜਕ ਜਿਹਾ ਬਣ ਜਾਂਦਾ ਹੁੰਦਾ ਨਾ, ਜਿਵੇਂ ਇੱਕ ਫੋਲਕ ਜਿਹਾ ਹੁੰਦਾ, ਕੜਕ ਜਿਹੇ ਬਣਨ ਲੱਗ ਜਾਂਦੇ ਨੇ। ਮਤਲਬ ਕਾਗਜ਼ ਨਹੀਂ ਹੁੰਦਾ, ਇੱਕ ਤਰ੍ਹਾਂ ਦਾ ਬ੍ਰਿਟਲ ਮਟੀਰੀਅਲ ਜਿਹਾ ਬਣ ਜਾਂਦਾ, ਜਿਵੇਂ ਕੜਕ ਜਿਹੀ ਦੀ ਆਵਾਜ਼ ਆਉਂਦੀ ਹੈ ਨਾ, ਕਾਗਜ਼ ਨੂੰ ਇੱਕ ਰਾਖ ਜਿਹੀ ਬਣ ਜਾਂਦੀ ਹੈ, ਠੀਕ ਹੈ ਨਾ ਸਟੂਡੈਂਟ। ਸਮੇਂ ਦੇ ਨਾਲ ਕਿਉਂ 1-2 ਸਾਲ ਜਾਂ ਕਿੰਨੇ ਵੀ ਸਮੇਂ ਬਾਅਦ ਪੇਪਰ ਦਾ ਕਲਰ ਯੈਲੋ ਕਿਉਂ ਹੋ ਜਾਂਦਾ ਹੈ ਅਤੇ ਉਹ ਬ੍ਰਿਟਲ ਕਿਉਂ ਬਣ ਜਾਂਦਾ ਹੈ, ਕਹਿੰਦਾ ਉਹਦਾ ਕਾਰਨ ਕੀ ਹੈਗਾ, ਠੀਕ ਹੈ ਜੀ ਗੱਲ। ਤਾਂ ਆਪਸ਼ਨ ਤੁਹਾਨੂੰ ਗਿਵਨ ਹੈਗੇ ਨੇ ਸਟੂਡੈਂਟਸ। ਤਾਂ ਆਪਸ਼ਨ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਹੈ ਨਾ, ਤਾਂ ਪਹਿਲਾ ਕਹਿ ਰਿਹਾ ਹੈਗਾ ਦੀ ਐਸਿਡ ਕੰਟੈਂਟ ਇਨ ਪੇਪਰ ਕਾਜ਼ਿਜ਼ ਬ੍ਰਿਟਲਨੈਸ ਟੂ ਡੈਵਲਪ। ਤਾਂ ਪਹਿਲੀ ਗੱਲ ਹੈ ਨਾ, ਪੇਪਰ ਦੇ ਵਿੱਚ ਇੱਕ ਐਸਿਡ ਹੁੰਦਾ, ਉਹ ਐਸਿਡ ਜਦੋਂ ਹਵਾ ਦੇ ਸੰਪਰਕ ਵਿੱਚ ਆਉਂਦਾ ਉਹਦੇ ਕਰਕੇ ਉਹ ਪੇਪਰ ਨੂੰ ਬ੍ਰਿਟਲਨੈਸ ਕਰ ਦਿੰਦਾ ਹੈ। ਤਾਂ ਪਹਿਲਾ ਆਪਸ਼ਨ ਬਿਲਕੁਲ ਠੀਕ ਹੈਗਾ, ਠੀਕ ਹੈ ਨਾ। ਤਾਂ ਦੂਜਾ ਕਹਿ ਰਿਹਾ ਇਨ ਦੀ ਪ੍ਰੈਜੈਂਸ ਆਫ ਵਿਜ਼ੀਬਲ ਲਾਈਟ ਫੋਟੋਸੈਂਸਿਟਾਈਜ਼ਡ ਆਕਸੀਡੇਸ਼ਨ ਅਕਰ। ਤਾਂ ਜਦੋਂ ਪ੍ਰੈਜੈਂਸ ਹੁੰਦੀ ਹੈ ਵਿਜ਼ੀਬਲ ਲਾਈਟ, ਜਿਹੜੀ ਮਤਲਬ ਸੂਰਜ ਦੀ ਰੋਸ਼ਨੀ ਹੁੰਦੀ ਹੈ, ਉਹਦੇ ਵਿੱਚ ਫੋਟੋਸੈਂਸਿਟਾਈਜ਼ਡ ਆਕਸੀਡੇਸ਼ਨ ਪ੍ਰੋਸੈਸ ਅਕਰ ਹੁੰਦੀ ਹੈ, ਇਹਦੇ ਕਰਕੇ ਵੀ ਮਤਲਬ ਕੁਛ ਯੈਲੋਪਨ ਆ ਜਾਂਦਾ ਹੈ। ਬਿਲਕੁਲ ਠੀਕ ਹੈਗਾ ਦੂਜਾ ਪ੍ਰੋਸੈਸ ਵੀ, ਠੀਕ ਹੈ ਨਾ। ਅਤੇ ਉਸ ਤੋਂ ਬਾਅਦ ਦੀ ਅਲਟਰਾ ਵਾਇਲਟ ਕੰਪੋਨੈਂਟ ਆਫ ਸਨਲਾਈਟ ਕਾਜ਼ਿਜ਼ ਫੋਟੋਲਿਸਿਸ ਆਫ ਸੈਲੂਲੋਜ਼ ਬਾਈ ਡਾਇਰੈਕਟ ਕਲੀਵੇਜ ਆਫ ਦੀ ਸੈਲੂਲੋਜ਼ ਪੋਲੀਮਰਸ। ਤਾਂ ਅਲਟਰਾ ਵਾਇਲਟ ਦਾ ਵੀ ਕੁਛ ਇਫੈਕਟ ਪੈਂਦਾ ਆਪਣੇ ਪੇਪਰ ਦੇ ਉੱਤੇ, ਇਸ ਕਰਕੇ ਤਿੰਨੇ ਸਟੇਟਮੈਂਟਾਂ ਬਿਲਕੁਲ ਠੀਕ ਨੇ। ਤਾਂ 1 2 ਅਤੇ 3 ਡੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾ ਦੋਗੇ। ਓਕੇ ਜੀ ਗੱਲ। ਨੈਕਸਟ ਹੈਗਾ ਸਟੂਡੈਂਟ, ਹਾਂਜੀ, ਕਹਿੰਦਾ ਵਾਟਰ ਕੈਪਟ ਇਨ ਐਨ ਓਲਡ ਸੁਰਾਹੀ ਇਜ਼ ਲੈਸ ਕੋਲਡ ਦੈਨ ਦੀ ਵਾਟਰ ਇਨ ਨਿਊ ਵਨ, ਵਾਈ। ਦੇਖੋ ਨਾ, ਜਿਹੜੇ ਘੜੇ ਕਹਿੰਦੇ ਨੇ, ਸੁਰਾਹੀਆਂ ਨਹੀਂ ਹੁੰਦੇ ਘਰਾਂ ਵਿੱਚ, ਸੁਰਾਹੀਆਂ ਅੱਜ ਕੱਲ੍ਹ ਡਾਕਟਰ ਵੀ ਕਹਿੰਦਾ ਫਿਲਟਰ ਵਾਲਾ ਪਾਣੀ ਪੀਣ ਨਾਲੋਂ ਤੁਸੀਂ ਘੜੇ ਵਾਲਾ ਪਾਣੀ ਪੀਆ ਕਰੋ। ਘੜਾ ਹੁਣ ਦੇਖੋ ਪੁਰਾਣਾ ਹੋਈ ਜਾਊਗਾ ਅਤੇ ਐਜ਼ ਕੰਪੇਅਰ ਟੂ ਨਵਾਂ ਘੜਾ, ਆਪਾਂ ਜੇ ਨਵਾਂ ਘੜਾ ਲੈ ਕੇ ਆਵਾਂਗੇ ਨਾ, ਉਹਦੇ ਵਿੱਚ ਪਾਣੀ ਜ਼ਿਆਦਾ ਠੰਡਾ ਲੱਗੂਗਾ ਤੁਹਾਨੂੰ, ਅਤੇ ਐਜ਼ ਕੰਪੇਅਰ ਟੂ ਮਤਲਬ ਪੁਰਾਣੇ ਘੜੇ ਨਾਲੋਂ। ਇਹਦਾ ਕਹਿੰਦਾ ਮੁੱਖ ਕਾਰਨ ਕੀ ਹੈਗਾ ਵੀ ਪੁਰਾਣਾ ਘੜਾ ਪਾਣੀ ਨੂੰ ਇੰਨਾ ਠੰਡਾ ਨਹੀਂ ਕਰ ਸਕਦਾ ਜਿੰਨਾ ਆਪਣਾ ਨਵਾਂ ਘੜਾ ਕਰਦਾ ਹੁੰਦਾ। ਇਹਦਾ ਮੇਨ ਕਾਰਨ ਕੀ ਆ? ਆਪਸ਼ਨ ਤੁਹਾਨੂੰ ਗਿਵਨ ਨੇ। ਤਾਂ ਇਸ ਦਾ ਬਿਲਕੁਲ ਸਹੀ ਆਪਸ਼ਨ ਬਣਦਾ ਹੈਗਾ ਬੀ ਆਪਸ਼ਨ। ਤਾਂ ਆਪਸ਼ਨ ਕੀ ਕਹਿ ਰਿਹਾ ਹੈ, ਦੀ ਪੋਰਸ ਇਨ ਦੀ ਓਲਡ ਸੁਰਾਹੀ, ਜਿਹੜੇ ਛੇਦ ਹੁੰਦੇ ਨੇ ਨਾ, ਛੋਟੇ ਛੋਟੇ ਜਿਹੇ ਬਰੀਕ ਛੇਦ ਹੁੰਦੇ ਨੇ, ਓਲਡ ਸੁਰਾਹੀ ਬਿਕਮ ਕਲੋਗਡ, ਮਤਲਬ ਉਹ ਪਾਣੀ ਦੇ ਨਾਲ ਫਿਲ ਹੋ ਜਾਂਦੇ ਨੇ। ਐਂਡ ਦਸ ਦੀ ਟੋਟਲ ਸਰਫੇਸ ਏਰੀਆ ਫੋਰ ਇਵੈਪੋਰੇਸ਼ਨ ਇਜ਼ ਰਿਡਿਊਸਡ, ਕਿਉਂਕਿ ਨਾ ਬੇਟਾ ਇਹ ਸੁਰਾਹੀਆਂ ਦੇ ਵਿੱਚ ਕਹਿੰਦੇ ਜੇ ਪਾਣੀ ਮਤਲਬ ਠੰਡਾ ਹੁੰਦਾ, ਉਹਦਾ ਮੁੱਖ ਕਾਰਨ ਕਿਆ ਹੈ? ਇਵੈਪੋਰੇਸ਼ਨ ਹੈ। ਮਤਲਬ ਪਾਣੀ ਜਦੋਂ ਮਤਲਬ ਹੀਟਨੈਸ ਦੇ ਸੰਪਰਕ ਵਿੱਚ ਆਉਂਦਾ ਤਾਂ ਉਹ ਗੈਸ ਬਣ ਜਾਂਦਾ, ਅਤੇ ਜਦੋਂ ਇਵੈਪੋਰੇਟ ਕਰਦਾ ਪਾਣੀ ਤਾਂ ਉਹ ਜਗ੍ਹਾ ਠੰਡੀ ਹੋ ਜਾਂਦੀ ਹੈ। ਤਾਂ ਇਵੈਪੋਰੇਸ਼ਨ ਕਰਕੇ ਘੜੇ ਦਾ ਪਾਣੀ ਠੰਡਾ ਹੋਣਾ ਸਟਾਰਟ ਹੋ ਜਾਂਦਾ ਹੈ। ਬਟ ਹੁਣ ਦੇਖੋ ਉਹ ਵਾਲੇ ਜਿਹੜੇ ਪੋਰ ਨੇ ਉਹ ਤਾਂ ਪਾਣੀ ਨਾਲ ਹੀ ਫਿਲ ਹੋ ਗਏ ਹੈ ਨਾ, ਅਤੇ ਉਹ ਕਲੋਗਨ ਮਿੱਟੀ ਜੋ ਵੀ ਹੈਗਾ ਉਹ ਬਸ ਭਰੇ ਗਏ।
ਤੇ ਅੱਗੇ ਜਿਹੜੀ ਉਹਦੇ ਨਾਲ ਡਿਊ ਟੂ ਇਵੈਪੋਰੇਸ਼ਨ ਹੁੰਦੀ ਸੀ ਉਹ ਰਿਡਿਊਸ ਹੋਣੀ ਸਟਾਰਟ ਹੋ ਗਈ, ਜਿਹਦੇ ਕਰਕੇ ਹੌਲੀ ਹੌਲੀ ਜਿਹੜੀ ਪੁਰਾਣੀ ਸੁਰਾਹੀ ਹੁੰਦੀ ਹੈ ਉਹ ज़्यादा ਠੰਡਾ ਪਾਣੀ ਨਹੀਂ ਕਰ ਪਾਉਂਦੀ। ਠੀਕ ਹੈ ਸਟੂਡੈਂਟ, ਤਾਂ ਇਸ ਦਾ ਬੀ ਆਪਸ਼ਨ ਬਿਲਕੁਲ ਕਰੈਕਟ ਆਂਸਰ ਹੈਗਾ, ਬੀ ਆਪਸ਼ਨ। ਠੀਕ ਹੈ ਜੀ। ਹਾਂਜੀ ਨੈਕਸਟ ਕੁਐਸਚਨ ਕਹਿ ਰਿਹਾ, ਕਹਿੰਦਾ ਯੂ ਆਰ ਸਟੈਂਡਿੰਗ ਇਨ ਅ ਲਿਫਟ, ਦੀ ਫੋਰਸ ਔਨ ਦੀ ਫਲੋਰ ਆਫ ਦੀ ਲਿਫਟ ਡਿਊ ਟੂ ਯੂਅਰ ਵੇਟ ਵਿਲ। ਕਹਿੰਦਾ ਤੁਸੀਂ ਇੱਕ ਲਿਫਟ ਵਿੱਚ ਖੜ੍ਹੇ ਹੋ, ਕਹਿੰਦਾ ਦੀ ਫੋਰਸ ਔਨ ਦੀ ਫਲੋਰ ਆਫ ਦੀ ਲਿਫਟ ਡਿਊ ਟੂ ਯੂਅਰ ਵੇਟ ਵਿਲ। ਤਾਂ ਜਿਹੜਾ ਫੋਰਸ ਲੱਗ ਰਹੀ ਹੈ ਲਿਫਟ ਦੇ ਫਲੋਰ 'ਤੇ ਜਿਹੜੇ ਤੁਹਾਡੇ ਵੇਟ ਕਰਕੇ, ਉਹ ਕੀ ਹੋਏਗੀ। ਠੀਕ ਹੈ ਜੀ ਗੱਲ, ਤਾਂ ਉਹ ਬਿਕਮ ਜ਼ੀਰੋ, ਉਹ ਜ਼ੀਰੋ ਹੋ ਜਾਏਗੀ ਫੋਰਸ ਵੈਨ ਦੀ ਲਿਫਟ ਮੂਵਸ ਡਾਊਨ ਵਿਦ ਐਨ ਐਕਸਲਰੇਸ਼ਨ ਆਫ 9.8 ਮੀਟਰ ਸਕੁਅਰ। ਜੋ ਦੇਖੋ ਆਪਾਂ ਨੂੰ ਵੀ ਪਤਾ ਹੈ ਜਦੋਂ ਆਪਾਂ ਲਿਫਟ ਤੋਂ ਨੀਚੇ ਤੋਂ ਉੱਪਰ ਵੱਲ ਜਾਂਦਾ ਇੰਨਾ ਕੋਈ ਜ਼ਿਆਦਾ ਝਟਕਾ ਜਿਹਾ ਨਹੀਂ ਪੈਂਦਾ, ਬਟ ਜਦੋਂ ਆਪਾਂ ਉੱਪਰੋਂ ਤੋਂ ਲਿਫਟ ਤੋਂ ਨੀਚੇ ਵੱਲ ਆ ਰਹੇ ਹਾਂ ਤਾਂ ਇੱਕੋਦਮ ਝਟਕਾ ਜਿਹਾ ਪੈਂਦਾ, ਮਤਲਬ ਜਿਹੜੀ ਆਪਣੀ ਫੋਰਸ ਲੱਗ ਰਹੀ ਹੈ ਫਰਸ਼ ਉੱਤੇ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਜਦੋਂ ਗ੍ਰੈਵਿਟੀ ਦੀ ਮਤਲਬ ਵੈਲਿਊ 9.8 ਹੁੰਦੀ ਹੈ। ਤਾਂ ਬੀ ਆਪਸ਼ਨ ਇਸ ਦਾ ਬਿਲਕੁਲ ਕਰੈਕਟ ਆਂਸਰ ਹੈਗਾ। ਠੀਕ ਹੈ ਨਾ ਸਟੂਡੈਂਟ, ਤਾਂ ਬਿਕਮ ਜ਼ੀਰੋ ਵੈਨ ਦੀ ਲਿਫਟ ਮੂਵਸ ਡਾਊਨ ਵਿਦ ਐਨ ਐਕਸਲਰੇਸ਼ਨ ਆਫ 9.8 ਮੀਟਰ ਸਕੁਅਰ। ਓਕੇ ਨੈਕਸਟ ਹੈਗਾ, ਸਾਰੀ ਬੜੇ ਬੜੇ ਕੁਐਸਚਨ ਨੇ, ਮੈਂ ਤੁਹਾਨੂੰ ਦੱਸਤਾ ਵੀ 50 ਕੇ ਔਖੇ ਕੁਐਸਚਨ ਨੇ ਮਾੜੇ ਜੇ, ਜਿਹੜੀ ਲਿਖਣੇ ਮਾੜੇ ਜਿਹੇ ਔਖੇ ਲੱਗਣਗੇ ਜ਼ਰੂਰ ਤੁਹਾਨੂੰ, ਤਾਂ ਪਲੀਜ਼ ਬੇਟਾ ਲਿਖ ਲਓ ਤਰੀਕੇ ਨਾਲ। ਉਸ ਤੋਂ ਬਾਅਦ ਬਹੁਤ ਆਸਾਨ ਕੁਐਸਚਨ ਨੇ ਸਾਰੇ, ਇੱਕ ਦੋ ਲਾਈਨਾਂ ਦੀ ਨੇ, ਆਰਾਮ ਨਾਲ ਤੁਸੀਂ ਲਿਖ ਲਿਆ ਕਰੋਗੇ। ਠੀਕ ਹੈ ਨਾ ਬੇਟਾ, ਤਾਂ ਥੋੜ੍ਹਾ ਬਸ ਇਹੀ ਕੁਐਸਚਨ ਮਾੜਾ ਜਿਹਾ ਟਫ ਕੁਐਸਚਨ ਸੀਗੇ, ਤਾਂ ਲਿਖ ਸਕਦੇ ਹੋ। ਨੈਕਸਟ ਹੈਗਾ 13 ਕੁਐਸਚਨ, ਕਹਿੰਦਾ ਇਫ ਅਰਥ ਵਰ 3 ਟਾਈਮਸ ਐਜ਼ ਫਾਰ ਫਰੋਮ ਦੀ ਸਨ ਐਜ਼ ਇਟ ਇਜ਼ ਨਾਓ। ਦੇਖੋ ਆ ਆਪਣਾ ਸਨ ਹੈ ਸਟੂਡੈਂਟਸ, ਠੀਕ ਹੈ ਜੀ ਗੱਲ, ਉਰੇ ਆਪਣੀ ਅਰਥ ਹੈ ਨਾ, ਆ ਆਪਣਾ ਸਨ ਹੈ। ठीक है जी, कुछ दूरी है 15 करोड़ की है ना, कुछ भी दूरी है, तो एक फोर्स तो लग ही रही है ना, ग्रेविटेशन अट्रैक्शन तो लग ही रही है। कहता जे अर्थ 3 गुना ज़्यादा दूर हो जाए, मतलब अर्थ बहुत ज़्यादा दूर हो जाए, नियर अबाउट 45 किलोमीटर हो जाए, 3 किलोमीटर ज़्यादा हो जाए, 45 करोड़ किलोमीटर हो जाए अपनी धरती सूरज तो, कहता फिर की इफैक्ट पेगा बेसिकली। तो ओबवियस गल है जो दो चीज़ा एक दूजे दूर जांदियां ने ਤਾਂ ਅਟਰੈਕਸ਼ਨ ਦੀ ਕਮੀ ਹੁੰਦੀ ਹੈ, ਤਾਂ ਕਿੰਨੀ ਕੁ ਅਟਰੈਕਸ਼ਨ ਦੀ ਕਮੀ ਹੋ ਜੂਗੀ। ਠੀਕ ਹੈ ਜੀ ਗੱਲ, ਤਾਂ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਉਹ ਵੁੱਡ ਬੀ 1/9 ਹੋ ਜੂਗੀ ਪ੍ਰੈਜੈਂਟ ਵੈਲਿਊ ਦੀ, ਜਿੰਨੀ ਵੀ ਗ੍ਰੈਵਿਟੇਸ਼ਨਲ ਫੋਰਸ ਹੈ ਉਹ 1/9, ਕਿਉਂਕਿ 3 ਗੁਣਾ ਵਧਿਆ। ਇੱਕ ਤਰੀਕੇ ਨਾਲ ਤੁਸੀਂ ਇਹ ਸਮਝ ਲਓ ਜਿਹੜੀ ਫੋਰਸ ਹੈ ਗ੍ਰੈਵਿਟੇਸ਼ਨਲ ਉਹ ਪ੍ਰਪੋਰਸ਼ਨਲ ਹੈ 1/g² ਦੇ। ਠੀਕ ਹੈ ਜੀ ਗੱਲ, ਜੇ ਮਤਲਬ 3 ਟਾਈਮਸ ਹੋ ਗਈ ਮਤਲਬ डिस्टेंस दे ठीक है ना ग्रेविटेशन, तो जे डिस्टेंस मतलब 3D हो गया, ट्रिपल हो गया, तो वो की बन जूगा अपना 9 बन जाएगा। ठीक है स्टूडेंट, तो 9 बन जाएगा, तो दैट्स वाई जी फोर्स है ग्रेविटेशनल वो रिड्यूस हो जाएगी 1/9 हो जाएगी ऑफ इट्स प्रेजेंट अमाउंट। ठीक है बेटा, नैक्सट हैगा कहता 2 कार्स पासिंग ईच अदर एट हाई स्पीड आर इन डेंजर ऑफ साइड स्वीपिंग बिकॉज। कहता जिमें देखो आ 2 कारां जा रही ने बिल्कुल क्लोज ने, तो बहुत ज़्यादा हाई स्पीड है। कहता की हो सकता है भी हो सकता है इन्नी ज़्यादा स्पीड करके ये दोहां विचकार दा जिहड़ा डिस्टेंस है वो घट जूगा, तो फीलिंग अनुसार ये कार हो सकता है स्वीपिंग करके दोहें टकरा जान ते एक्सीडेंट हो जाए। ठीक है जी गल, तां ही तां कहंदे हुंदे ने कार बहुत स्लो मोड ते चलाया करो बेटा, क्योंकि ये भी बहुत ज़्यादा इफैक्ट ने। तुसीं जिन्नी ज़्यादा कार तेज़ी नाल चलाओगे तो ना कार जो तुसीं एक दूजे कार नूं भी क्रॉस करदे हो तां भी मतलब वो आपस में टकराउण दा खतरा रहिंदा अपना, चाहे तुहाडे च डिफरेंस हैगा ही हैगा। इहदा मेन कारण की है कहंदे बेसिकली की होएगा, बेसिकली कहंदे ऑफ डिक्रीज़ इन एयर प्रैशर इन दी स्पेस बिटवीन दैम। दोहां कारां दे विचकार एयर प्रैशर डिक्रीज़ हो जाएगा, दोहां कारां दे विचकार एयर प्रैशर की हो जाएगा डिक्रीज़ हो जाएगा इन दी स्पेस बिटवीन दैम, जिहड़ी उन्हां दे स्पेस उन्हां दे विचकार है कारां दे ਉਹਦੇ ਵਿਚਕਾਰ एयर प्रैशर डिक्रीज़ हो जाएगा, ਜਿਹਦੇ ਕਰਕੇ ਦੋਹੇ आपस 'ਚ टकरा सकते हैं। ओके जी गल, तो सी ऑप्शन इज़ द बिल्कुल करैक्ट आंसर हैगा। नैक्सट क्वेश्चन हैगा वट इज़ द करैक्ट असेंडिंग ऑर्डर फॉर फ्रीकुएंसी ऑफ द फॉलोइंग रेडिएशन विजिबल, एक्सरेज, अल्ट्रावायलट, रेडियो वेव्स।
ਤਾਂ ਠੀਕ ਹੈ ਨਾ। ਤਾਂ ਇੱਕ ਨਾ ਆਪਣਾ EM ਵੇਵ ਸਪੈਕਟਰਮ ਆਉਂਦਾ ਹੁੰਦਾ ਸਟੂਡੈਂਟਸ, ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੁੰਦਾ ਰੇਡੀਓ ਵੇਵਸ, ਠੀਕ ਹੈ ਨਾ। ਫਿਰ ਆਉਂਦਾ ਹੁੰਦਾ ਆਪਣਾ ਇਨਫਰਾਰੈੱਡ, ਓਕੇ। ਫਿਰ ਆਉਂਦੇ ਹੁੰਦੇ ਨੇ ਆਪਣੇ ਕੋਲ ਆਪਣੇ ਵਿਜ਼ੀਬਲ ਰੇਜ਼ ਆਉਂਦੀਆਂ ਹੁੰਦੀਆਂ ਨੇ। ਫਿਰ ਆਉਂਦੀਆਂ ਹੁੰਦੀਆਂ ਨੇ ਅਲਟਰਾ ਵਾਇਲਟ ਰੇਜ਼, ਠੀਕ ਹੈ ਜੀ ਗੱਲ। ਅੱਗੇ ਆਪਣੇ ਆ ਜਾਣਗੀਆਂ ਐਕਸ ਰੇਜ਼ ਵਗੈਰਾ ਕੁਛ ਵੀ ਆ ਜਾਣਗੀਆਂ। ਤਾਂ ਰੇਡੀਓ ਵੇਵਸ ਹੈ, ਠੀਕ ਹੈ ਨਾ, ਚੌਥੇ ਨੰਬਰ 'ਤੇ ਹੈ ਸਟੂਡੈਂਟ ਨਾ। ਤਾਂ ਪਹਿਲਾ 4 ਨੰਬਰ ਆ ਜੂਗਾ। ਫਿਰ ਆਪਾਂ ਨੂੰ ਕਹਿ ਰਹੇ ਆਪਣਾ ਇਨਫਰਾਰੈੱਡ, ਇਨਫਰਾਰੈੱਡ ਆਪਸ਼ਨ ਦੇ ਵਿੱਚ ਹੈ ਹੀ ਨਹੀਂ ਗਾ। ਫਿਰ ਆ ਜੂਗਾ ਆਪਣਾ ਵਿਜ਼ੀਬਲ, ਵਿਜ਼ੀਬਲ ਹੈਗਾ 1 ਨੰਬਰ, ਠੀਕ ਹੈ ਜੀ ਗੱਲ। ਫਿਰ ਵਿਜ਼ੀਬਲ ਤੋਂ ਬਾਅਦ ਹੈਗਾ ਅਲਟਰਾ ਵਾਇਲਟ, ਉਹਦਾ ਹੈਗਾ 3 ਨੰਬਰ। ਅਤੇ ਫਿਰ ਹੈਗਾ ਐਕਸ ਰੇਜ਼, ਇਹਦਾ ਹੈਗਾ 2 ਨੰਬਰ। ਤਾਂ 4 1 3 ਅਤੇ 2 ਇਹ ਬਿਲਕੁਲ ਕਰੈਕਟ ਆਨਸਰ ਬਣ ਜਾਏਗਾ। ਤਾਂ ਆਈ ਥਿੰਕ ਇਸਦਾ ਸੀ ਆਪਸ਼ਨ ਬਿਲਕੁਲ ਕਰੈਕਟ ਆਨਸਰ ਹੈਗਾ। 41ਵੇਂ ਦਾ ਸੀ ਆਪਸ਼ਨ ਬਿਲਕੁਲ ਕਰੈਕਟ ਆਨਸਰ ਹੈਗਾ। 4 1 3 ਅਤੇ 2 ਓਕੇ ਜੀ। ਉਰੇ 4 ਲਿਖਣਾ ਸੀਗਾ, ਠੀਕ ਹੈ, ਧਿਆਨ ਰੱਖੋ। ਕਹਿੰਦਾ ਨਿਊਕਲੀਅਰ ਫਿਜ਼ਨ ਇਜ਼ ਕੋਜ਼ਡ ਬਾਈ ਦੀ ਇੰਪੈਕਟ ਆਫ। ਹੁਣੇ ਆਪਾਂ ਨੇ ਦੇਖਿਆ ਸੀਗਾ ਵੀ ਜਿਹੜਾ ਨਿਊਕਲੀਅਰ ਰਿਐਕਟਰ ਹੈ ਉਹਦੇ ਵਿੱਚ ਨਿਊਕਲੀਅਰ ਫਿਜ਼ਨ ਪ੍ਰੋਸੈਸ ਲੱਗਦੀ ਹੈ ਬਟ ਕੰਟਰੋਲੇਬਲ ਲੱਗਦੀ ਹੈ, ਠੀਕ ਹੈ ਨਾ। ਕਹਿੰਦੇ ਮੇਨਲੀ ਕਿਸ ਦੇ ਕਰਕੇ ਹੁੰਦੀ ਹੈ, ਇਹ ਨਿਊਟਰੋਨਸ ਦੇ ਕਰਕੇ ਹੁੰਦੀ ਹੈ ਨਿਊਕਲੀਅਰ ਫਿਜ਼ਨ ਪ੍ਰੋਸੈਸ, ਨਿਊਟਰੋਨਸ ਕਰਕੇ। ਤਾਂ ਸੀ ਆਪਸ਼ਨ ਇਸ ਦਾ ਬਿਲਕੁਲ ਕਰੈਕਟ ਆਨਸਰ ਹੈਗਾ। ਹਾਂਜੀ ਓਕੇ। ਨੈਕਸਟ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਯੂਜ਼ਡ ਐਜ਼ ਅ ਕੂਲੈਂਟ ਇਨ ਨਿਊਕਲੀਅਰ ਰਿਐਕਟਰ। ਬਹੁਤ ਵਾਰੀ ਕੁਐਸਚਨ ਐਗਜ਼ਾਮ 'ਚ ਆਇਆ ਹੋਇਆ ਵੀ ਨਿਊਕਲੀਅਰ ਰਿਐਕਟਰ ਦੇ ਵਿੱਚ ਆਪਾਂ ਕੂਲੈਂਟ ਕਿਸ ਨੂੰ ਯੂਜ਼ ਕਰਾਂਗੇ, ਜਿਹੜਾ ਨਿਊਕਲੀਅਰ ਰਿਐਕਟਰ ਨੂੰ ਠੰਡਾ ਕਰਦਾ ਹੁੰਦਾ। ਤਾਂ ਨਿਊਕਲੀਅਰ ਰਿਐਕਟਰ ਨੂੰ ਠੰਡਾ ਕਰਨ ਦੇ ਲਈ ਆਪਾਂ ਕਿਹਦਾ ਯੂਜ਼ ਕਰਾਂਗੇ, ਲਿਕੁਅਡ ਸੋਡੀਅਮ ਦਾ ਯੂਜ਼ ਕਰਦੇ। ਤਾਂ ਸੀ ਆਪਸ਼ਨ ਲਿਕੁਅਡ ਸੋਡੀਅਮ ਦੇ ਉੱਤੇ ਤੁਸੀਂ ਟਿਕ ਲਾਓਗੇ। ਤਾਂ ਲਿਕੁਅਡ ਸੋਡੀਅਮ ਕੂਲੈਂਟ ਦੀ ਤਰ੍ਹਾਂ ਯੂਜ਼ ਕਰਦੇ ਹਾਂ ਆਪਾਂ ਨਿਊਕਲੀਅਰ ਰਿਐਕਟਰ ਦੇ ਵਿੱਚ। ਤਾਂ 43 ਦਾ ਸੀ ਆਪਸ਼ਨ ਬਿਲਕੁਲ ਕਰੈਕਟ ਆਨਸਰ ਹੈਗਾ। ਹਾਂਜੀ ਓਕੇ। ਤਾਂ ਨੈਕਸਟ ਹੈਗਾ ਆਪਣਾ ਤਾਂ ਨੈਕਸਟ ਕੁਐਸਚਨ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਅ ਗੁੱਡ ਨਿਊਕਲੀਅਰ ਫਿਊਲ। ਤਾਂ ਇਹਨਾਂ ਵਿੱਚੋਂ ਸਭ ਤੋਂ ਵਧੀਆ ਜਿਹੜਾ ਫਿਊਲ, ਦੇਖੋ ਠੀਕ ਹੈ ਸਾਰੇ ਫਿਊਲ ਦੀ ਆਪਣੇ ਆਪਣੇ ਯੂਜ਼ ਹੁੰਦੇ ਨੇ, ਬਟ ਉਹਨੇ ਕਿਹਾ ਸਭ ਤੋਂ ਵਧੀਆ ਫਿਊਲ ਕਿਹੜਾ ਹੈਗਾ। ਤਾਂ ਸਭ ਤੋਂ ਵਧੀਆ ਫਿਊਲ ਹੈਗਾ ਪਲੂਟੋਨੀਅਮ 239। ਵੈਸੇ ਯੂਜ਼ ਤਾਂ ਆਪਾਂ ਬੇਸਿਕਲੀ ਯੂਰੇਨੀਅਮ ਹੀ ਕਰਦੇ ਹਾਂ ਹੈ ਨਾ, ਬਟ ਉਹਨੇ ਕਿਹਾ ਵਧੀਆ ਕਿਹੜਾ ਹੈਗਾ। ਤਾਂ ਵਧੀਆ ਪਲੂਟੋਨੀਅਮ 239 ਜਿਹੜਾ ਹੈਗਾ ਉਹਦਾ ਯੂਜ਼ ਕਰਦਾ। ਤਾਂ ਡੀ ਆਪਸ਼ਨ ਬਿਲਕੁਲ ਕਰੈਕਟ ਆਨਸਰ ਹੈਗਾ। ਨੈਕਸਟ ਹੈ ਵਟ ਇਜ਼ ਦੀ ਵੇਵਲੈਂਥ ਆਫ ਵਿਜ਼ੀਬਲ ਸਪੈਕਟਰਮ। ਤਾਂ ਜਿਹੜਾ ਵਿਜ਼ੀਬਲ ਸਪੈਕਟਰਮ ਹੁੰਦਾ ਇੱਕ, ਜਿਹੜਾ ਆਪਾਂ ਨੂੰ ਕਿਰਨਾਂ ਦਿਖ ਰਹੀਆਂ ਨੇ ਸੂਰਜ ਦਾ ਵਾਈਟ ਰੇਜ਼, ਉਹ 7 ਰੰਗਾਂ ਵਿੱਚ ਬ੍ਰੇਕ ਹੋ ਜਾਂਦਾ ਹੈ। ਤਾਂ ਨਾ ਉਹਦੀ ਇੱਕ ਮਤਲਬ ਵੇਵਲੈਂਥ ਦਾ ਸਪੈਕਟਰਮ ਬਣ ਜਾਂਦਾ। ਉਹਦੀ ਰੇਂਜ ਕਿੰਨੀ ਕੁ ਹੁੰਦੀ ਹੈ, ਤਾਂ ਉਹਦੀ ਰੇਂਜ ਹੁੰਦੀ ਹੈ ਨੀਅਰ ਅਬਾਊਟ ਆਪਣੀ ਕੋਈ 3800 ਕੁ ਐਂਗਸਟਰੋਮ ਤੋਂ ਲੈ ਕੇ ਕੋਈ ਆਪਣੀ ਨੀਅਰ ਅਬਾਊਟ 8000 ਦੇ ਨੇੜੇ ਤੇੜੇ ਵੈਲਿਊ ਹੁੰਦੀ ਹੈ, ਠੀਕ ਹੈ ਨਾ। ਤਾਂ ਆਪਸ਼ਨ ਦੇਖ ਲਓ ਕਿਹੜਾ ਨੇੜੇ ਤੇੜੇ ਫਿਰਦਾ ਹੈਗਾ। 3800 ਦੇ ਨੀਅਰ ਹੈਗਾ ਆਹ ਵਾਲੇ 3900 ਅਤੇ 8000 ਦੇ ਨੇੜੇ ਹੈਗਾ 7600। ਤਾਂ ਆਹ ਟਿਕ ਲਾ ਦੂੰਗੇ ਬੀ ਆਪਸ਼ਨ ਦੇ ਉੱਤੇ। ਤਾਂ ਆਪਣਾ 45ਵੇਂ ਦਾ ਆਨਸਰ ਹੈਗਾ ਬੀ ਆਪਸ਼ਨ, ਠੀਕ ਹੈ ਨਾ। ਹਾਂਜੀ ਨੈਕਸਟ ਹੈਗਾ ਇਨ ਐਨ ਅਟੋਮਿਕ ਐਕਸਪਲੋਜ਼ਨ ਅਨੋਰਮਸ ਐਨਰਜੀ ਇਜ਼ ਰਿਲੀਜ਼ਡ ਵਿਚ ਇਜ਼ ਡਿਊ ਟੂ। ਦੇਖੋ ਆਪਾਂ ਨੂੰ ਪਤਾ ਹੈ ਵੀ ਜਦੋਂ ਕੋਈ ਐਟਮ ਐਕਸਪਲੋਜ਼ ਕਰਦਾ ਨਾ, ਐਕਸਪਲੋਜ਼ਨ ਕਰਦਾ, ਤਾਂ ਇੱਕ ਐਨਰਜੀ ਪ੍ਰੋਡਿਊਸ ਹੁੰਦੀ ਹੈ। ਐਨਰਜੀ ਕਿਉਂ ਪ੍ਰੋਡਿਊਸ ਹੋਈ ਹੈ ਬੇਸਿਕਲੀ, ਇਸ ਦਾ ਮੇਨ ਕਾਰਨ ਕੀ ਹੈਗਾ। ਤਾਂ ਇਸ ਦਾ ਮੇਨ ਕਾਰਨ ਹੈ ਸਟੂਡੈਂਟ ਵੀ ਕਨਵਰਜ਼ਨ ਹੋਈ ਹੈ ਮਾਸ ਇਨਟੂ ਐਨਰਜੀ ਦੀ। ਤਾਂ ਜਿਹੜਾ ਉਸ ਦੇ ਵਿੱਚ ਵੇਟ ਪਾਇਆ ਹੁੰਦਾ ਉਹ ਐਨਰਜੀ ਦੇ ਵਿੱਚ ਚੇਂਜ ਹੋ ਜਾਂਦਾ, ਠੀਕ ਹੈ ਨਾ। ਤਾਂ ਦੈਟਸ ਵਾਈ ਮਤਲਬ ਐਨੋਰਮਸ ਐਨਰਜੀ ਪ੍ਰੋਡਿਊਸ ਹੁੰਦੀ ਹੈ ਜਦੋਂ ਕੋਈ ਐਕਸਪਲੋਜ਼ਨ ਹੁੰਦਾ, ਠੀਕ ਹੈ ਜੀ। ਹਾਂਜੀ ਨੈਕਸਟ ਕਹਿ ਰਿਹਾ ਹੈਗਾ ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟਸ ਆਰ ਕਰੈਕਟਲੀ ਐਸੋਸੀਏਟਿਡ ਵਿਦ ਅਲਟਰਾਸੋਨਿਕ ਵੇਵਸ। ਤਾਂ ਅਲਟਰਾਸੋਨਿਕ ਵੇਵਸ ਦੇ ਵਿਦ ਰਿਸਪੈਕਟ ਇਹਨਾਂ 'ਚ ਕਿਹੜੀ ਸਟੇਟਮੈਂਟ ਬਿਲਕੁਲ ਕਰੈਕਟ ਹੈਗੀ ਹੈ। ਪਹਿਲਾਂ ਹੈਗਾ ਦੀਜ਼ ਆਰ ਅਕੋਸਟਿਕ ਵੇਵਸ ਆਫ ਫ੍ਰੀਕੁਐਂਸੀਜ਼ ਮੋਰ ਦੈਨ 20,000 ਹਨ। ਮੈਂ ਤੁਹਾਨੂੰ ਪਹਿਲਾਂ ਕਿਹਾ ਅਲਟਰਾਸੋਨਿਕ ਵੇਵਸ ਆਪਣੀਆਂ ਅਕੋਸਟਿਕ ਮਤਲਬ ਹੁੰਦਾ ਸਾਊਂਡ ਵੇਵਸ ਨੇ, ਬਿਲਕੁਲ ਓਕੇ। ਅਤੇ ਇਹਨਾਂ ਦੀ ਫ੍ਰੀਕੁਐਂਸੀ 20,000 ਹਰਟਜ਼ ਤੋਂ ਜ਼ਿਆਦਾ ਹੈ। ਤਾਂ ਪਹਿਲੀ ਲਾਈਨ ਬਿਲਕੁਲ ਠੀਕ ਹੈ, ਓਕੇ ਜੀ ਗੱਲ। ਇਸ ਕਰਕੇ ਆਹ ਵਾਲਾ ਆਪਸ਼ਨ ਤਾਂ ਖਤਮ ਹੋ ਜਾਊਗਾ ਕਿਉਂਕਿ ਪਹਿਲਾ ਆਪਸ਼ਨ ਇਹਦੇ 'ਚ ਹੈ ਨਹੀਂ ਗਾ। ਨੈਕਸਟ ਕਹਿ ਰਿਹਾ ਵੈਨ ਪੋਸੀਬਲ ਟੂ ਯੂਜ਼ ਦੀਜ਼ ਵੇਵਸ ਆਰ ਪ੍ਰੈਫਰਡ ਓਵਰ ਐਕਸ-ਰੇਜ਼ ਫॉर ਗੈਟਿੰਗ ਐਨ ਇਮੇਜ ਆਫ ਇੰਟਰਨਲ ਔਰਗਨ ਬਿਕੋਜ਼ ਦੇ ਆਰ ਨੋਟ ਹਾਰਮਫੁਲ, ਓਕੇ ਜੀ ਗੱਲ। ਤਾਂ ਇਹ ਕਹਿੰਦੇ ਹਾਰਮਫੁਲ ਨਹੀਂ ਹੈਗੀਆਂ। 47
ठीक है जी गल तो एड्डी गल नहीं हैगी, अपने अल्ट्रासोनिक वेव्स भी हार्मफुल ने, ठीक है ना। ठीक है एक्सरेज तो बाद आप अल्ट्रासोनिक वेव यूज़ करते हैं, बट तुसी ये नहीं कह सकते है स्टूडेंट भी मतलब है ना भी ये ज़्यादा कोई बेनीफिशियल ने वेव्स, ये भी अपनी बॉडी ਨੂੰ नुकसान ही पहुँचादियाँ ने। ज़्यादा तो अल्ट्रासाउंड भी नहीं बंदा करा सकता है, ठीक है ना। ये भी गलत गल है, तो ये बेनीफिट नहीं है, दूजी स्टेटमेंट गलत है, तो ऑप्शन चला गया। ना देयर विलोसिटी इज़ मोर दैन विलोसिटी ऑफ साउंड, ठीक है ना। तो जो अल्ट्रासोनिक वेव्स ने कहता यदी जी विलोसिटी है वो साउंड तो ज़्यादा होगी नहीं, यदी विलोसिटी साउंड तो घट होंदी है, ठीक है ना स्टूडेंट। तो यदी विलोसिटी साउंड तो घट होंदी है, तो थर्ड ऑप्शन भी गलत हो गया। तो इस करके ओनली ये अपना 47 का ए ऑप्शन मतलब पहली स्टेटमेंट ही बिल्कुल ठीक आंसर हैगा। ओके जी नैक्सट हैगा विच ऑफ द फॉलोइंग हैज़ द लीस्ट पैनीट्रेटिंग पावर। लीस्ट पैनीट्रेट मतलब की है, एक मतलब आ दीवार है ना, सिग्नल बाहरों आ रहे हैं जिमें हुण अपने घरां विच बैठे हाँ, सारे पासे चार दीवारी हुंदी है स्टूडेंट्स ना, बट फिर भी सिग्नल देखो क्रॉस होकर दीवार नूं क्रॉस करके अपने इनसाइड आ जाता हुंदा है, यस और नो। तो दैट इज़ कॉल्ड पैनीट्रेशन करना। कहते इन्हां विचों सब तो घट लीस्ट मतलब हुंदा घट पैनीट्रेशन किस दी हैगी है, तो सब तो जी घट पैनीट्रेशन हैगी है स्टूडेंट इन्हां विच जिहड़े गिवन हैगे ने वो अल्फा पार्टिकल्स की हुंदी है। अल्फा पार्टिकल्स की पैनीट्रेशन सब तो घट हैगी है, ए ऑप्शन बिल्कुल करैक्ट आंसर हैगा, ठीक है जी गल। तो जे आप नैक्सट पॉइंट करिए विच ऑफ द फॉलोइंग आर दी मोस्ट पैनीट्रेटिंग, इन्हां विचों सब तो ज़्यादा पैनीट्रेशन किन्ना दी हुंदी है, तो सब तो ज़्यादा पैनीट्रेशन गामा रेज की होंगी है। तो याद रखियो सब तो घट अपनी एल्फा रेज की, सब तो ज़्यादा कि रेज की गामा रेज की होंगी है। तो लास्ट क्वेश्चन है, देखो यह जे क्वेश्चन आएंगे अगे छोटे छोटे क्वेश्चन, तो बस रिवीजन करते रहो ना, ठीक है ना। ऑप्टिकल फाइबर्स आर मेनली यूज फॉर विच परपज़, तो थोड़ा पता अजकल ऑप्टिकल फाइबर बहुत तरह यूज़ होने लगी नैट अपने स्पैशली इंटरनेट परपज़ के लिए। तो इंटरनेट की परपज़ अपना कम्युनिकेशन, तो ए ऑप्शन कम्युनिकेशन के लिए आप यूज़ करांगे, ठीक है स्टूडेंट। तो बहुत आसान क्वेश्चन ने, लॉजिकल जे क्वेश्चन ने स्टूडेंट, तो प्लीज़ अपनी रिवीजन पर जोर दो है ना, अपने नोट्स बनाओ, बार बार रिवीजन करते रहो, बहुत बेस्ट नोट्स ने, होप है तुसी अपने एक अच्छा रैंक लोगे ही लोगे। थैंक यू एवरीवन फॉर वॉचिंग माई वीडियो।